डरना नहीं है, अपना ही लाइव है, अपना ही कैमरा है, कोई चक्कर वाली बात नहीं। फैमिली है हम तो। स्टार्ट रेडी। हेलो एवरीवन। तो मैं फर्स्ट ऑफ ऑल आई वुड इंट्रोड्यूस माई सेल्फ। आई एम दीपाली। मैंने अनमोल सर का एनजीओ भी बहुत रिसेंटली ज्वाइन किया है। आई एम अ वॉलंटियर एट सर्स एनजीओ। तो आपने रोज़ सर की लाइव देखी होंगी और बोर हो गए होंगे तो आज कुछ अलग। सॉरी टू इंटरप्ट। पहली गल तो मैं मुबारਕਾਂ ਦਿੰਦਾ ਆਪਣੀ ਸਾਰੀ ਸੋਸ਼ਲ ਮੀਡੀਆ ਫੈਮਿਲੀ ਨੂੰ ਕਿ ਪਿਛਲੇ 5 ਸਾਲਾਂ ਦੇ ਵਿੱਚ ਪਹਿਲੀ ਐਜ਼ ਅ ਫੀਮੇਲ ਵਲੰਟੀਅਰ ਜਿਹੜੀ ਸ਼ਾਮ ਨੂੰ ਰੋਜ਼ ਸਾਡੀ ਭੈਣ ਦੀਪਾਲੀ ਪਿਛਲੇ 1.5 ਮਹੀਨੇ ਤੋਂ ਰੈਗੂਲਰ ਬਿਨਾਂ ਨਾਗੇ ਤੋਂ ਸ਼ਾਮ ਨੂੰ 7 ਵਜੇ ਤੋਂ ਲੈ ਕੇ 8:30 ਵਜੇ ਤੱਕ ਸਾਡੇ ਨਾਲ ਬੈਠਦੀ ਹੈ। ਕਿਉਂਕਿ ਜਦੋਂ ਸ਼ੁਰੂ 'ਚ ਇਹ ਭੈਣ ਆਈ ਸੀ ਔਰ ਇਹਨੇ ਆ ਕੇ ਮੈਨੂੰ ਇੰਟਰੋਡਿਊਸ ਕੀਤਾ ਕਿ ਇੱਦਾਂ ਮੈਂ ਸੇਵਾ ਕਰਨੀ ਚਾਹੁੰਦੀ ਹਾਂ ਤਾਂ ਮੈਨੂੰ ਲੱਗਿਆ ਸੀਗਾ ਕਿ 1-2 ਦਿਨ ਦਾ ਚਾਅ ਹੈ, ਉਸ ਤੋਂ ਬਾਅਦ ਨਹੀਂ ਆਏਗੀ, ਜੋ ਮੋਸਟਲੀ ਮੇਰੇ ਨਾਲ ਹੁੰਦਾ ਆਇਆ। ਤੇ ਮੈਂ ਵੀ ਕਹਿ ਦਿੱਤਾ ਕਿ ਹਾਂਜੀ, ਕਿਉਂਕਿ ਮੈਂ ਹਮੇਸ਼ਾ ਵੀਡੀਓ 'ਚ ਕਹਿੰਦਾ ਕਿ ਕੋਈ ਵੀ ਬੰਦਾ ਸਾਡੀ ਟੀਮ 'ਚ ਆ ਕੇ ਜੁੜ ਸਕਦਾ। ਤਾਂ ਵੈਨ ਸ਼ੀ ਕੇਮ ਤਾਂ ਮੈਨੂੰ ਨਹੀਂ ਪਤਾ ਸੀਗਾ ਕਿ ਇਹ ਰੈਗੂਲਰਲੀ ਆਪਣੀ ਜਿਹੜੀ ਡੈਡੀਕੇਸ਼ਨ ਆ ਸੇਵਾ ਨੂੰ ਲੈ ਕੇ ਉਹ ਇੰਨੀ ਸੀਰੀਅਸ ਹੋ ਕੇ ਸਾਡੇ ਕੋਲ ਆਏਗੀ। ਤੇ ਪਿਛਲੇ 1.5-2 ਮਹੀਨਿਆਂ ਤੋਂ ਰੈਗੂਲਰਲੀ ਭੈਣ ਆ ਰਹੀ ਹੈ ਤੇ ਬੈਠ ਕੇ ਹਰ ਇੱਕ ਪੇਸ਼ੈਂਟ ਸੁਣ ਰਹੀ ਹੈ, ਗੱਲਬਾਤ ਕਰ ਰਹੀ ਹੈ। ਤੇ ਇਹ ਗੱਲ ਇਹ ਨਹੀਂ ਹੈ ਕਿ ਇਹ ਪਹਿਲੀ ਕੁੜੀ ਹੈ ਜਿਹੜੀ ਸਾਡੀ ਐਨਜੀਓ ਨਾਲ ਜੁੜ ਰਹੀ ਹੈ, ਬਟ ਰੈਗੂਲਰਿਟੀ ਇਸ ਲੋਕ, ਕਿਉਂਕਿ ਕੁੜੀਆਂ 'ਚ ਕੀ ਹੁੰਦਾ ਮੋਸਟਲੀ ਮੈਨੂੰ ਇੱਕੋ ਗੱਲ ਸੁਣਨ 'ਚ ਮਿਲਦੀ ਸੀ ਕਿ ਵੀਰੇ ਅਸੀਂ ਸੇਵਾ ਕਰਨਾ ਚਾਹੁੰਦੇ ਹਾਂ ਪਰ ਅਸੀਂ ਆ ਨਹੀਂ ਸਕਦੇ, ਰਾਤ ਨੂੰ ਸ਼ਾਮ ਨੂੰ 7 ਵੱਜ ਜਾਂਦੇ ਆ, ਕੁੜੀਆਂ ਸੇਫ ਨਹੀਂ ਹੈਗੀਆਂ। ਇਹ ਗੱਲਾਂ ਮੈਨੂੰ ਸੁਣਨ 'ਚ ਆਉਂਦੀਆਂ ਰਹਿੰਦੀਆਂ ਸੀਗੀਆਂ। ਤੇ ਬਟ ਇਸ ਭੈਣ ਨੇ ਦਲੇਰੀ ਰੱਖੀ, ਹੌਸਲਾ ਰੱਖਿਆ, ਵੱਡਾ ਦਿਲ ਰੱਖਿਆ ਕਿ ਅਸੀਂ ਟੀਮ ਦੇ ਵਿੱਚ 7-8 ਮੁੰਡੇ ਹੁੰਦੇ ਆ ਤੇ ਇਕੱਲੀ ਭੈਣ ਨੇ ਆ ਕੇ ਸ਼ੁਰੂਆਤ ਕੀਤੀ ਔਰ ਸਾਡੇ ਵਿੱਚ ਵੀ ਬੜੇ ਚੇਂਜਸ ਆਏ। ਤੇ ਅੱਜ ਇਹ ਸਾਰੇ ਡਿਸਕ੍ਰਿਪਸ਼ਨ ਜਿਹੜੀ ਦੀਪਾਲੀ ਭੈਣ ਤੁਹਾਡੇ ਨਾਲ ਡਿਸਕਸ ਕਰੇਗੀ। ਪਹਿਲਾਂ ਹੀ ਸੌਰੀ ਹੈ ਜੇ ਉਹ ਪਹਿਲੀ ਵਾਰੀ ਕੈਮਰਾ ਫੇਸ ਕਰ ਰਹੀ ਹੈ। ਵੈਸੇ ਕਾਫੀ ਉਹ ਕਹਿ ਲਓ ਕਿ ਪੰਜਾਬੀ 'ਚ ਕਹਿ ਲਓਗੇ ਕਿ ਬਹੁਤ ਵੱਡੇ ਦਿਲ ਵਾਲੀ ਤੇ ਬਹੁਤ ਵਧੀਆ ਰਿਪਰੈਜ਼ੈਂਟ ਕਰੇਗੀ। ਜ਼ਰੂਰ ਸੁਣੋ। ਤੇ ਇੱਕ ਗੱਲ ਮੈਂ ਜਿਹੜੀ ਕਹਿਣੀ ਚਾਹੁੰਦਾ ਸੀ ਇਸ ਵੀਡੀਓ ਦੇ ਵਿੱਚ ਕਿ ਕਰਪਸ਼ਨ ਖਤਮ ਹੋਣੀ ਚਾਹੀਦੀ ਹੈ। ਇਹਦੇ ਨਾਲ ਕਹਿਣ ਨਾਲ ਕਰਪਸ਼ਨ ਮੁੱਕ ਨਹੀਂ ਜਾਣੀ। ਇੱਕ ਜਿਹੜੇ ਕੇਸ ਭੈਣ ਡਿਸਕਸ ਕਰੇਗੀ, ਇੱਕ ਬੜੀ ਸ਼ਰਮਨਾਕ ਹਰਕਤ ਜਿਹੜੀ ਮੈਂ ਅੱਛਾਈ ਤੇ ਬੁਰਾਈ ਸ਼ੇਅਰ ਕਰਦਾ ਰਹਿਣਾ, ਇੱਕ ਬੜੀ ਸ਼ਰਮ ਵਾਲੀ ਗੱਲ ਹੈ ਕਿ ਲੁਧਿਆਣੇ ਦੇ ਵਿੱਚ ਚਲੋ ਪ੍ਰਾਈਵੇਟ ਹਸਪੀਟਲਸ ਤਾਂ ਆਪਾਂ ਨੂੰ ਪਤਾ ਹੀ ਕਿ ਲੁੱਟਦੇ ਨੇ ਲੋਕਾਂ ਨੂੰ, ਐਡੇ ਮਹਿੰਗੇ ਟੈਸਟ ਲਿਖਦੇ ਨੇ। ਇੱਕ ਚੈਰੀਟੇਬਲ ਨਾਮ ਦਾ ਹਸਪੀਟਲ ਇੱਕ ਬੰਦਾ ਟੈਸਟ ਲਿਖ ਕੇ ਦੇ ਰਿਹਾ ਇੱਕ ਗੁਰਸਿੱਖ ਪਰਿਵਾਰ ਨੂੰ। ਮੇਰੇ ਕੋਲ ਬਾਬਾ ਜੀ ਬੈਠੇ ਨੇ, ਇਹ ਬੈਠੇ ਨੇ ਤੇ ਨਾਲ ਇਹਨਾਂ ਦੀ ਸਿਸਟਰ ਬੈਠੇ ਨੇ। ਮੈਂ ਚਲੋ ਹਸਪੀਟਲ ਦਾ ਨਾਮ ਨਹੀਂ ਲੈਣਾ ਕਿਉਂਕਿ ਮੇਰਾ ਕੰਮ ਨਹੀਂ ਹੈਗਾ ਕਿ ਮੈਂ ਭੰਡਾਂ ਤਮਾਸ਼ਬੀਨੀ ਕਰਾਂ, ਬਟ ਮੈਨੂੰ ਬੜਾ ਫੀਲ ਹੋਇਆ ਕਿ ਇਹ ਬਾਈ ਜੀ ਆਪਣੀ ਸਿਸਟਰ ਦੀ ਲੱਤ ਦੀ ਸਕੈਨ ਲਈ ਇੱਕ ਚੈਰੀਟੇਬਲ ਹਸਪੀਟਲ 'ਚ ਗਏ। ਉਹਨਾਂ ਨੇ ਸਕੈਨ ਲਿਖ ਕੇ ਦੇ ਦਿੱਤੀ ਕਿ ਜਾਓ ਫਲਾਣੀ ਜਗ੍ਹਾ ਜਾ ਕੇ ਸਕੈਨ ਕਰਾ ਲਓ। ਕਿੰਨੇ ਦੀ? 3800 ਰੁਪਏ ਦੀ। 3500 ਰੁਪਏ ਤੋਂ ਉੱਤੇ, ਮਤਲਬ ਲਾ ਲਓ 3600 ਦੀ ਵੀ ਹੋ ਸਕਦੀ ਹੈ, 4000 ਦੀ ਵੀ ਹੋ ਸਕਦੀ ਹੈ। ਤੇ ਜਦੋਂ ਮੈਂ ਸਕੈਨ ਪਤਾ ਕੀਤੀ ਆਪਣੇ ਲੈਬ ਤੋਂ ਜਿੱਥੇ ਸਾਡੀ ਸੈਟਿੰਗ ਹੈ ਉੱਥੇ 2200 ਰੁਪਏ ਦੀ। ਮੈਂ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ, ਮੈਂ ਡਾਕਟਰਾਂ ਨੂੰ ਨਹੀਂ ਬਦਲ ਸਕਦਾ। ਇਹਨਾਂ ਦੀ ਜੋ ਸੈਟਿੰਗ ਲੈਬਾਂ ਨਾਲ ਚੱਲਦੀ ਹੈ 50% ਡਾਕਟਰ ਨੂੰ ਮਿਲਦਾ ਜਾਂ ਹਸਪੀਟਲ ਨੂੰ ਮਿਲਦਾ, ਉਹ ਚੀਜ਼ਾਂ ਪਤਾ ਨਹੀਂ ਲੋਕਾਂ ਨੂੰ ਪਤਾ ਹੈ ਕਿ ਨਹੀਂ ਪਤਾ, ਪਰ ਮੈਂ ਦੱਸ ਦੇਣਾ ਚਾਹੁੰਦਾ ਕਿ ਜਦੋਂ ਵੀ ਕੋਈ ਡਾਕਟਰ ਕਿਸੇ ਲੈਬ ਦਾ ਟੈਸਟ ਲਿਖ ਕੇ ਦਿੰਦਾ ਉੱਥੇ 50% ਤੋਂ 60% ਕਮਿਸ਼ਨ ਬੰਨੀ ਹੁੰਦੀ ਹੈ। ਲੈਬ ਵਾਲੇ ਆਪਣੇ ਮੂੰਹੋਂ ਕਹਿੰਦੇ ਨੇ, ਮੇਰੇ ਨਾਲ ਉਹ ਹਿਸਾਬ ਨਹੀਂ ਹੈਗਾ। ਮੇਰੇ ਨਾਲ ਜੇ ਮੈਂ ਲੈਬ 'ਚੋਂ ਇਹਨਾਂ ਦਾ ਟੈਸਟ ਪੁੱਛਿਆ ਤਾਂ ਮੈਨੂੰ ਸਿਰਫ 2200 ਰੁਪਏ ਦਾ ਟੈਸਟ ਕੀਤਾ ਜਾਏਗਾ। ਜਿਹੜਾ ਬਾਕੀ ਪੈਸਾ ਉਹ ਕਮਿਸ਼ਨ ਨਹੀਂ ਲੈਣੀ ਤਾਂ ਸਾਨੂੰ ਲੈਸ ਹੋ ਜਾਏਗੀ। ਤਾਂ ਮੇਰੀ ਬੇਨਤੀ ਹੈ ਲੋਕਾਂ ਨੂੰ, ਜੇ ਤੁਹਾਡੇ ਕੋਲ ਟੈਸਟ ਕਰਾਉਣ ਜੋਗੇ ਪੈਸੇ ਨਹੀਂ ਹੈਗੇ ਜਾਂ ਤੁਸੀਂ ਸਸਤੇ ਟੈਸਟ ਕਰਾਉਣਾ ਚਾਹੁੰਦੇ ਹੋ ਉਹੀ ਸੇਮ ਲੈਬ ਤੋਂ ਜਿੱਥੋਂ ਤੁਸੀਂ ਕਰਾਉਣਾ ਚਾਹੁੰਦੇ ਹੋ ਤਾਂ ਮੇਰਾ ਕਾਰਡ ਲੈ ਜਾ ਕਰੋ। ਮੇਰੇ ਕਾਰਡ ਨਾਲ ਕੀ ਹੁੰਦਾ, ਜਿਹੜੇ ਡਾਕਟਰ ਦੇ ਕਾਰਡ ਹੁੰਦੇ ਆ ਨਾ, ਉਹਦੇ ਜੇ ਸਪੋਜ਼ ਇਹਨਾਂ ਨੂੰ ਸਕੈਨ ਲਿਖ ਕੇ ਦਿੱਤੀ, ਡਾਕਟਰ ਨੇ ਆਪਣਾ ਕਾਰਡ ਦੇਤਾ ਕਿ ਆ ਦਿਖਾ ਦਿਓ, ਤਾਂ ਉਹਦਾ ਮਤਲਬ ਹੈ ਕਿ ਡਾਕਟਰ ਦੇ ਅਕਾਊਂਟ ਦੇ ਵਿੱਚ ਇਹਨਾਂ ਦੀ 3500 ਦੇ ਵਿੱਚੋਂ 50% ਚੱਲ ਜਾਣਾ। ਮੇਰਾ ਕਾਰਡ ਦਿਖਾਉਣ ਨਾਲ ਕੀ ਹੋਣਾ ਕਿ ਮੇਰੇ ਅਕਾਊਂਟ ਦੇ ਵਿੱਚ ਕੁਝ ਨਹੀਂ ਆਣਾ, ਬਟ 50% ਇਹਨਾਂ ਨੂੰ ਡਿਸਕਾਊਂਟ ਹੋ ਜਾਣਾ। ਉੱਦਾਂ ਹੀ ਜਿਹੜੀ 3800 4000 ਦੀ ਸਕੈਨ ਹੈ ਉਹ 2200 ਰੁਪਏ ਦੇ ਵਿੱਚ ਹੋ ਰਹੀ ਹੈ। ਤੇ ਜੇ ਉਸ ਤੋਂ ਵੀ ਸਸਤੀ ਕੋਈ ਸਾਡੀ ਕਰ ਸਕਦਾ ਤਾਂ ਅਸੀਂ ਉਹਦੇ ਕੋਲ ਕਰਾ ਲਿਆ ਕਰਾਂਗੇ, ਕਿਉਂਕਿ ਅਸੀਂ ਚਾਹੁੰਦੇ ਸਾਡੇ ਡੋਨਰਾਂ ਦਾ ਪੈਸਾ ਘੱਟ ਜ਼ਿਆਦਾ ਮਰੀਜ਼ਾਂ ਤੇ ਲੱਗੇ। ਬਾਕੀ ਦੀਪਾਲੀ ਭੈਣ ਕੰਟੀਨਿਊ ਕਰੂਗੀ। ਤੇ ਸੌਰੀ ਫॉर ਇੰਟਰਪਸ਼ਨ, ਮੈਂ ਆ ਟੌਪਿਕ ਜਿਹੜਾ ਜ਼ਰੂਰੀ ਸ਼ੇਅਰ ਕਰਨਾ ਸੀ। ਕੰਟੀਨਿਊ। वी वर ऑन इंट्रोडक्शन। तो मैंने अपना इंट्रोडक्शन तो दिया, अगर आई एम अ रीसेंट वॉलंटियर, तो इट इज़ माई फर्स्ट लाइव। सो थैंक यू सर फर्स्ट ऑफ ऑल मुझे इनकरेज करने के लिए। सो मतलब ये सारे पेशेंट्स आप देख रहे हो जो यहाँ पर रोज़ आते हैं हेल्थ के लिए, लाइक बहुत बुरी कंडीशंस में भी हैं उनकी हेल्थ, मतलब जो उनके पेशेंट्स हैं वो बहुत फिज़िकली वो बहुत सफ़र कर रहे हैं, फिर भी वो रोज़ यहाँ पर आते हैं क्योंकि उनको वो ट्रीटमेंट तो वो मिल ही नहीं सकता ना जो हम लोग जैसे हमारे क्लास के लोग या हम लोग करवा सकते हैं, वो भी क्योंकि अफोर्डेबिलिटी नहीं है उनके पास। प्राइवेट हॉस्पिटल्स उनको उतना ट्रीटमेंट नहीं देंगे तो वो उस तरीके से देंगे कि
घर बार सब बिक जाएगा उनका, सब निकल जाएगा, उसके बाद भी कोई गारंटी नहीं है कि उनका पेशेंट सही होता है नहीं होता है, पर उनका सब कुछ बिक जाएगा। अब ये है इनका NGO से मतलब इनके 1.5 साल के बच्चे का ट्रीटमेंट हो रहा है। पहले तो जो फिजिकली इतना सफ़र कर रहा है, पर एक प्राइवेट हॉस्पिटल में जाकर वो अफोर्ड नहीं कर सकते हैं ट्रीटमेंट करवाना, तो वो PGI से करवा रहे हैं। उनका ऑपरेशन उनके बेटे का होना है, जो कुछ थोड़ी टाइम में लाइक 1.5-2 मंथ्स के अंदर शेड्यूल करवा रहे हैं, पर वो रोज़ आते हैं यहाँ पर। मैं जब से आ रही हूँ उससे भी पहले से आ रहे हैं सर, यहाँ पर रोज़ आते हैं, सर से हेल्प मांगते हैं, डोनर्स की वेट करते हैं कि कोई डोनर आएगा उनको डोनेट करेगा। और कई बार ऐसा भी होता है कि नहीं डोनर होता तो वो ऐसे ही वापस खाली हाथ चले जाते हैं। बट उनके पास कोई और ऑप्शन नहीं है ना, क्योंकि वो तो मतलब जो है अब उनके पास उतने में वो करवा रहे हैं जैसा भी है, बट प्राइवेट हॉस्पिटल में करवाना उनके बस की बात नहीं है। तो ऐसी भी कंडीशंस हैं जो हम लोगों के वर्ल्ड से बिल्कुल अलग चल रही हैं, जो हमें शायद अपनी लाइफस्टाइल में कभी देखने को भी ना मिले कि लोग इतने भी परेशान हैं। वो इतने टाइम से 8-9 महीने से आ रहे हैं रोज़ रेगुलरली, मतलब अगर हम एज अ टीम रेगुलरली आ रहे हैं तो एज अ सफरर रेगुलरली आ रहे हैं, रोज़ आते हैं वो यहाँ पे, मैंने इन्हें रोज़ देखा है आते हुए। उसके बाद ये है इनकी मतलब एज कुछ खास नहीं होगी, आपके हमारी एज के होंगे ये, और ये अपनी मदर के लिए यहाँ पे आते हैं रोज़। उनका एक ऑपरेशन होना है, उनकी हो गया है उनका ऑपरेशन, उसके लिए उन्होंने मनी जो इकट्ठी करनी है की है, उसके लिए वो रोज़ आए हैं। मतलब आपकी हमारी एज के बच्चे नॉर्मली क्या करते हैं कि हाँ हम घूम लिए रोज़, शाम को दोस्तों के साथ थोड़ा सा टाइम स्पेंड कर लिया, पर वो बेचारा आता है रोज़ अपनी मदर के लिए कि मैं अपनी माँ का इलाज अच्छे से करवा पाऊँ ताकि वो बच जाए। रसौली निकल गई ना, डॉक्टर ने दिखाई रसौली, दिखाओ। इनके मदर के पेट में रसौली थी जो तकरीबन आप फोटो में देखिए एंड यू विल बी शॉक्ड कि एक 30, ये देखो, एक कम से कम 2-2.5 किलो की बॉल है जो इनकी मदर के पेट में, एक कह लो कि मौत का एक चारों तरफ से माँ को घेरा हुआ था। हम वो भी लोग सोसाइटी में देखते हैं, इन्होंने हिंदी के चक्कर से मैं भी हिंदी से शुरू हो गया, बट चलो इट्स गुड। कई लोगों को गिला शिकवा होंगे कि पंजाबी बोलते रहते हैं, मेरी माँ बोली पंजाबी तो मैं एंडले साथ तक वही बोलांगा, बट हाँ लैंग्वेज इज जस्ट एन इंटरमीडिएशन कि ਤੁਹਾਡਾ ਇੱਕ ਮੈਸੇਜ ਲੋਕਾਂ ਤੱਕ ਪਹੁੰਚਾਉਣ ਲਈ। ਇਹ ਹੁਣ ਗਰਾਰੀ ਨਹੀਂ ਹੈਗੀ ਕਿ ਮੈਂ ਪੰਜਾਬੀ 'ਚ ਹੀ ਬੋਲਣਾ। ਜਿਹੜੇ ਗੋਰੇ ਆ ਜੀ ਉਹਨਾਂ ਨੂੰ ਅਸੀਂ ਸਮਝਾਉਣਾ ਆਪਣੀ NGO ਬਾਰੇ ਤਾਂ ਸਾਨੂੰ ਇੰਗਲਿਸ਼ ਬੋਲਣੀ ਪਏਗੀ, ਹਿੰਦੀ ਵਾਲਿਆਂ ਨੂੰ ਸਮਝਾਉਣਾ ਜੇ ਹਿੰਦੀ ਬੋਲਣੀ ਪਏਗੀ, ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਮੈਂ ਹਿੰਦੀ ਬੋਲ ਰਿਹਾ ਤੇ ਜੀ ਮੈਂ ਪੰਜਾਬੀ ਤੋਂ ਦੂਰ ਹਾਂ। ਇਟਸ ਨਾਟ ਅਬਾਊਟ ਦੈਟ, ਇਟਸ ਅਬਾਊਟ ਜਸਟ ਐਨ ਲੈਂਗੁਏਜ। ਇਹਨਾਂ ਦੀ ਜਿਹੜੇ ਮਦਰ ਹੈ ਸਾਡੇ ਕੋਲ ਪਿਛਲੇ 2-2.5 ਮਹੀਨੇ ਤੋਂ ਆ ਰਹੇ ਸੀਗੇ, ਤਾਂ 2 ਕਿਲੋ ਦੀ ਪੇਟ ਦੇ ਵਿੱਚ ਜਿਹੜੀ ਮਾਂ ਦੀ ਰਸੌਲੀ ਹੋਵੇ, ਉਹ ਪੁੱਤ ਕਿੱਦਾਂ ਸ਼ਾਂਤੀ ਨਾਲ ਸੋਊਗਾ। ਔਰ ਦੂਜਾ ਉਹ ਪੁੱਤ ਸੋਸ਼ਲ ਮੀਡੀਆ ਤੇ ਦੇਖ ਰਿਹਾ ਕਿ ਲੋਕ ਕਿੰਨੀਆਂ ਲਾਹਨਤਾਂ ਪਾਉਂਦੇ ਆ ਉਹ ਮੁੰਡੇ ਨੂੰ ਜਿਹੜੇ ਆਪਣੇ ਮਾਪੇ ਨੂੰ ਘਰੋਂ ਕੱਢ ਦਿੰਦੇ ਆ। ਤੇ ਦੇਖਿਆ ਜਾਵੇ ਤਾਂ ਫੁੱਲ ਦੇ ਹਾਰ ਤਾਂ ਉਹਨਾਂ ਨੂੰ ਵੀ ਨਹੀਂ ਪਾਏ ਨਾ ਜਿਨ੍ਹਾਂ ਨੇ ਆਪਣੇ ਮਾਪੇ ਨੂੰ ਪੁੱਛਿਆ ਹੋਇਆ, ਜਿਹੜੇ ਸੇਵਾ ਕਰ ਰਹੇ ਨੇ। ਤਾਂ ਇਹ ਮੁੰਡਾ ਉਹਨਾਂ ਚੋਂ ਸੀਗਾ ਕਿ ਆਪਣੀ ਮਾਂ ਨੂੰ ਪਿਆਰ ਕਰਦਾ ਸੀਗਾ, ਬਟ ਆਪਰੇਸ਼ਨ ਕਰਾਉਣ ਵਾਸਤੇ ਪੈਸੇ ਨਹੀਂ ਸੀਗੇ। 1000 ਰੁਪਏ ਬੜਾ ਆਪਣੀ ਮੁਸ਼ਕਲ ਇਕੱਠਾ ਕਰਕੇ ਲਿਆਇਆ, ਕਿਰਾਇਆ ਮਕਾਨ ਦਾ 35000 ਰੁਪਏ ਖੜਾ ਹੈ, ਤਾਂ 29000 ਰੁਪਏ ਦੀ ਜਿਹੜੀ ਸੇਵਾ ਉਹ ਡੋਨਰ ਦੇ ਕੇ ਗਏ ਤੇ ਇਹਨਾਂ ਦੀ ਮਾਂ ਦੀ ਮਦਰ ਦੀ ਜਾਨ ਬਚੀ। ਕੰਟੀਨਿਊ। और इनके बारे में आपको सर ने बताया कि मतलब एक चैरिटेबल हॉस्पिटल ने इनको टेस्ट इतना हाईली चार्ज कर लिया, तो वो बेचारे जाके ट्रीटमेंट क्या करवाएंगे जब टेस्ट पे इतना पैसा वो लोग खर्च देंगे, तो ट्रीटमेंट क्या लेंगे। वो बंदा तो थक हार के घर पे बैठ जाएगा ना कि छोड़ो भाई क्या है, भगवान के सारे छोड़ देते, मर गए बच गए। वैसे लुधियाने वालियां ਨੂੰ ਇੱਕ ਹਾਂਜੀ ਭਾਜੀ ਤੁਹਾਨੂੰ ਵੈਸੇ ਸੁਣ ਕੇ ਹੈਰਾਨਗੀ ਨਹੀਂ ਹੁੰਦੀ ਕਿ ਇੱਕ ਟੈਸਟ ਜਿਹੜਾ 3804 ਰੁਪਏ ਦਾ ਤੁਹਾਨੂੰ ਲਿਖਤਾ ਤੇ ਸਾਡੇ ਲਈ 2200 ਰੁਪਏ ਦਾ। ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਜੀ। ਅਸੀਂ ਜਿੱਥੋਂ ਅਸੀਂ ਆਏ ਹਾਂ ਨਾ ਜੀ, ਤੁਹਾਡੀਆਂ ਗੱਲਾਂ ਬਾਅਦ ਵਿੱਚ ਕਿਸੇ ਨੇ ਪਾਠ ਕੀਤਾ ਸੀਗਾ ਜੀ, ਇੱਕ ਪਾਠ ਕੀਤਾ ਸੀਗਾ, ਉਹ ਕਹਿੰਦੇ ਵੀ ਉਹ ਦੋਸਤੋ ਤਾਂ ਤੁਸੀਂ ਆ ਕੇ ਮਰੋ। ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ, ਕਿਉਂਕਿ ਹਰੇਕ ਹਸਪਤਾਲ ਜਾਈਦਾ ਸਾਨੂੰ ਲੁੱਟ ਲੈਂਦੇ ਨੇ, ਬਿਨਾਂ ਪੈਸਿਆਂ ਤੋਂ ਵੜਨ ਨਹੀਂ ਦਿੰਦੇ, ਬਿਨਾਂ ਪੈਸਿਆਂ ਤੋਂ ਵੜ ਨਹੀਂ ਦਿੰਦੇ। ਸਾਡੇ ਕੋਲ ਪੈਸਾ ਨਹੀਂ ਹੈਗਾ, ਇਸ ਕਰਕੇ ਤੁਹਾਡੇ ਕੋਲ ਅਸੀਂ ਵਾਹਿਗੁਰੂ ਨੇ ਤੁਹਾਡੀ ਹੈਲਪ ਕਰਾਤੀ। ਤੁਹਾਡਾ ਜਿਹੜਾ ਸਕੈਨ ਆ ਉਹ ਫ੍ਰੀ ਹੋ ਜਾਏਗੀ। ਅਸੀਂ ਅੱਗੇ ਵਾਸਤੇ ਵੀ ਤੁਹਾਡਾ ਧੰਨਵਾਦ ਕਰਦੇ। ਕਿੱਥੋਂ ਆਏ ਹੋ ਤੁਸੀਂ? ਅਸੀਂ ਮੇਰਾ ਪਿੰਡ ਤਾਂ ਤੁਸੀਂ ਪੈਰ ਤੇ ਲੱਗ ਗਿਆ ਲੂਣਾ ਤੋਂ। ਅੱਛਾ ਪੈਲ ਤੇ ਮੇਰੀ ਸਿਸਟਰ ਇਹਨਾਂ ਦੇ ਘਰ ਵਾਲੇ ਹੈ ਨਹੀਂ ਜੀ, ਮੇਰੇ ਜੀਜਾ ਜੀ ਹੈ ਨੇ, ਇਹ ਇੱਥੇ ਰਹਿੰਦੇ ਨੇ ਜੀ। ਬੜੀ ਵੱਡੀ ਮਿਸਾਲ ਹੈ ਭਾਜੀ ਕਿ ਇਸ ਉਮਰ ਦੇ ਵਿੱਚ ਵੀ ਤੁਸੀਂ ਭੈਣ ਭਰਾ ਦਾ ਰਿਸ਼ਤਾ ਜਿਹੜਾ ਉਹ ਬਹੁਤ ਕਾਇਮ ਜਾਏਂਗੇ ਜੀ, ਇਹਦਾ ਬੜਾ ਬਹੁਤ ਹੈ। ਕਿੰਨੇ ਗੁੱਡੀਆਂ ਨੇ। ਤੁਸੀਂ ਸਿਰਫ ਗੁਰੂ ਸਾਹਿਬ ਨੂੰ ਇਹ ਅਰਦਾਸ ਕਰਿਓ ਕਿ ਜਿਹੜੀਆਂ ਭੈਣਾਂ ਬੇਨਤੀ ਤੁਹਾਡੀ ਬਸ ਕੀ ਆ ਦੇਖੋ ਜਿਹੜੀ ਬੇਨਤੀ ਜੀ ਮੈਂ ਕਰਦਾ ਰਹਿਣਾ ਜੀ, ਫਿਰ ਵੀ ਗੁਰਦੁਆਰੇ ਚ ਵੀ ਉਹ ਸਭ ਲੰਬੀਆਂ। ਤੁਸੀਂ ਇਹ ਦੇਖੋ ਕਿ ਇੰਨੀ ਛੋਟੀ ਉਮਰ ਦੇ ਯੰਗਸਟਰ ਜਿਹੜੇ ਅੱਜਕੱਲ ਨਸ਼ਿਆਂ ਕਰਕੇ ਬਦਨਾਮ ਨੇ ਜਾਂ ਕੱਪੜਿਆਂ ਕਰਕੇ, ਉਹ ਇੱਕ ਭੈਣ ਇੰਨੀ 18-20 ਸਾਲ ਦੀ ਉਮਰ ਦੀ ਇੱਥੇ ਦੇਖੋ ਲੋਕਾਂ ਦੀ ਹੈਲਪ ਲਈ ਖੜੀ ਹੈ, ਬਹੁਤ ਵੱਡੀ ਗੱਲ ਹੈ। ਅੱਜ ਇਹਨਾਂ ਦਾ ਨਾਮ ਸੁਣਿਆ ਤੇ ਇਹਨਾਂ ਦੀ ਵੀ ਬੇਨਤੀ ਜ਼ਰੂਰ ਕਰਾਂਗੇ ਕਿਉਂਕਿ ਇਹਨਾਂ ਦਾ ਨਾਮ ਨਹੀਂ ਜਾਣਦੇ। ਚਲੋ और
ये एक अलग केस है जो 2 साल से मतलब हमारा NGO इनके लिए काम कर रहा है। 2 साल से इनके बेटे बात है जी, तो भूलते कितने साल का बेटा है? 32 साल 32 साल का लड़का है जिसके डायलिसिस हो रहे हैं 2 साल से। और ये मदर देखो मतलब जो रोज आ रही है 2 साल से यहाँ पे हेल्प लेने के लिए, रोज नहीं, ट्वाइस इन अ वीक आ रही है। वो भी मतलब एक साइड अपने बच्चे को देखना और एक साइड यहाँ आकर हेल्प भी अरेंज करनी, मतलब वो भी एक मदर के लिए एक मतलब बहुत स्ट्रॉन्ग रहकर वो अपने बच्चे को संभाल रहे हैं जिसका डायलिसिस 2 साल से हो रहा है। और मतलब देख रहे हैं वो अपने बच्चे को पेन में देख रहे हैं, पर क्यों देख रहे हैं वो इतने पेन में भी, और यहाँ भी उन्हें क्यों आना पड़ रहा है? अगेन सेम चीज़ कि वो प्राइवेट हॉस्पिटल अफोर्ड नहीं कर सकते और जहाँ पे भी उनको ट्रीटमेंट लेना है वहाँ पे खर्चा बहुत ज़्यादा है। हाँ ठीक है, भगवान ने उन्हें रिसोर्सेज नहीं दिए तो हमारी सोसाइटी ने भी कुछ बहुत ज़्यादा नहीं कर दिया उनके लिए कि उनको उतना एटलीस्ट थोड़ा सा भी मिल जाता तो वो शायद वो इतने धक्के नहीं खा रहे होते। बट सिंस आप इतने टाइम से आ रहे हो तो ये भी बहुत स्ट्रॉन्ग रहकर ये लेडी अपने प्रॉब्लम को फेस कर रही है। ये भी हमारी सोसाइटी का एक पार्ट है जहाँ हम लोग शाम को एंजॉय करेंगे, फैमिली के साथ टाइम स्पेंड करेंगे, वो बेचारी यहाँ पे धक्के खा रही है कि मेरे को मेरे बेटे के इलाज के लिए पैसे मिल जाए। मां जी ये भैन ਨੂੰ आशीर्वाद ਦਿਓ ਜਿਹੜੀ ਸਾਡੇ ਨਾਲ ਜੁੜੀ ਹੈ ਤੇ ਵਾਹਿਗੁਰੂ। उसके बाद ये पेशेंट है छुट्टी हुई पड़ी है, 1 लाख बिल खड़ा है, पैसे नहीं इनके पास पैसे नहीं है देने के लिए और उनके मन में डर है कि अगर मैंने पैसे नहीं दिए तो मेरे पेशेंट को कुछ कर देंगे। अब इस इमेज के लिए आप बताओ कि कौन रिस्पॉन्सिबल है? आप रिस्पॉन्सिबल हो, हम रिस्पॉन्सिबल है, ये खुद रिस्पॉन्सिबल है? क्यों इनके मन में इमेज बन रही है? कभी इन्होंने किसी से एक हुआ इंस्टेंस सुना होगा कि अगर पैसे नहीं दिए तो शायद हमारे पेशेंट को वो कुछ कर देंगे? ये प्राइवेट हॉस्पिटल, एक बहुत रिनाउंड हॉस्पिटल में इनका पेशेंट एडमिट है, ठीक हो चुका है, पर अब इनको छुट्टी नहीं मिलनी है क्योंकि इनके पास उतने पैसे नहीं है। 1,03,000 के अराउंड की फिगर है जो इनके पास, 1 लाख से ऊपर इनका खर्चा भी हो गया। इनके हाथ में 1 लाख का बिल है जो इनको पे करना है। पर एक प्राइवेट हॉस्पिटल में, बहुत रिनाउंड हॉस्पिटल में जहाँ पर इनका पेशेंट है और इनको डर है कि अगर मैंने पैसे नहीं दिए तो जो मेरा पेशेंट ठीक हुआ है ना वो उसको भी कुछ कर देंगे। अब इस इमेज के लिए आप बताओ कि कौन रिस्पॉन्सिबल है? कोई ऐसा इंस्टेंस हुआ होगा या उनके मन में वो डर भी क्यों है कि अगर उन्होंने डॉक्टर से इंटरेक्ट किया, डॉक्टर ने उनसे बात वैसे करी होगी ना कि उनके मन में, गरीब आदमी है, डर बैठ गया होगा ना उनके मन में कि मुझे तो कुछ पता नहीं है क्या हो गया वहाँ पे, क्या नहीं हुआ, मैं तो सिर्फ पछताता रह जाऊंगा क्योंकि पेशेंट मेरे हाथ से निकल गया। ये एक प्राइवेट हॉस्पिटल के पेशेंट है, इनका पोता एडमिट है। इसके बाद ये अंकल है जिनका मतलब मेरे भी ग्रैंडफादर की एज के, जिनका पोता एडमिट है हॉस्पिटल में। ये यहाँ पर आ रहे हैं इस एज में जहाँ इनकी सेवा हो रही होनी चाहिए। ठीक है, उनकी गलती नहीं है कि उनके पेशेंट को कोई प्रॉब्लम हुई है, कुछ भी है, पर आप ये देखो कि उनको यहाँ पर आकर सफ़र करना पड़ता है। ठीक है, हमारे टीममेट्स अटेंड कर लेंगे उनको, पर कई बार उनको भी तो डिसअपॉइंटमेंट होती होगी लाइफ में। बुरा लगता होगा कि मैंने ऐसा क्या किया था जो मुझे ये कर्म मिले हैं अपने आसपास के लोगों को देखकर कि मैं इस उम्र में, जहाँ मेरी उम्र के लोगों की सेवा होती है, मैं अपने पोते की सेवा करने के लिए, मतलब कोई बुरी बात नहीं है उसमें, बट धक्के खाने पड़ रहे हैं लोगों को यहाँ पर। ये सारे लोग मतलब जो हमारे मतलब कहने का मतलब है दीपाली जी का कि हमारे हेल्थ सिस्टम का, आपने पहले कभी यहाँ पर आने से पहले कभी फील किया था ये सिचुएशन को? मेरा पर्सनल केस है, मतलब मेरे मदर थे, वो DMC से ही उनका ट्रीटमेंट चल रहा था। उनका भी रीनल फेलियर की प्रॉब्लम थी, शी इज़ नो मोर, बट उनका ट्रीटमेंट वहीं चल रहा था DMC में। मैंने उनके साथ विजिट किया है, मैंने वहाँ पेशेंट्स देखे हैं। वहाँ बाहर जो बैठते थे ना, वो इनके जैसे केसेस थे जो जिनके पास पैसे नहीं थे बिल पे करने के लिए, अब उन्हें वहीं बैठना पड़ता था क्योंकि ना पेशेंट को छुट्टी हो रही है, ठीक है, पेशेंट को उनकी छुट्टी नहीं हो रही है। मुझे उस टाइम पर भी फील होता था। और फिर हम तो चलो ठीक है अफोर्ड कर सकते हैं, बट एक फैमिली मेम्बर के नाते भी मैं सेंस कर पा रही थी कि एक प्रॉब्लम, एक हेल्थ प्रॉब्लम पर कितना एक्सपेंडिचर हो सकता है। उसके बाद भी अश्योर्ड तो नहीं है कि पेशेंट बचेगा, पर हम अपनी साइड से कोशिश कर सकते हैं। फील में मेरे को बहुत पहले हुआ है कि मतलब बहुत बार हुआ है। फिर मेरी फैमिली में एक और केस था, कैंसर पेशेंट थे वो मेरी क्लोज फैमिली में, उनके ऊपर एक्सपेंडिचर होना, मतलब ठीक है पेरेंट्स अफोर्ड कर सकते हैं, बट डिस्कस करते तो मैंने भी सुना है ना कि हेल्थ पर इतना निकल जाता है और उसके बाद भी कोई अश्योरिटी नहीं होती कि पेशेंट बचेगा, पेशेंट सस्टेन करेगा कि नहीं करेगा। तो सर फील तो मैंने बहुत बार किया है। योर मदर, आई वाज जस्ट थिंकिंग योर मदर माइट बी फीलिंग प्राउड, नॉट माइट, शी इज़ फीलिंग प्राउड दैट हर डॉटर टुडे। ਇਹਨਾਂ ਨੇ ਮੈਨੂੰ ਜਦੋਂ ਦੱਸਿਆ ਸੀਗਾ ਕਿ ਮੇਰੇ ਮਦਰ ਨਹੀਂ ਹੈ ਤਾਂ ਆਈ ਵਾਸ ਆਲਸੋ ਸ਼ੌਕਡ ਕਿ ਹਨਾ ਕਿ ਮਤਲਬ ਚਲੋ ਅਗਲੀ ਨੇ ਮੁੱਲ ਮੋੜਿਆ ਆਪਣੀ ਮਾਂ ਦੀਆਂ, ਕਹਿ ਲਓ ਕਿ
ਮਾਂ ਦਾ ਇੱਕ ਪਿਆਰ ਹੁੰਦਾ ਹੈ, ਮਾਂ ਦਾ ਪਰਵਰਿਸ਼ ਹੁੰਦੀ ਹੈ, ਉਹਨੇ ਮੁੱਲ ਮੋੜਿਆ। ਅੱਜ ਦੇਖੋ ਬਹੁਤ ਵੱਡੀ ਗੱਲ ਹੈ, 5-7 ਮੁੰਡੇ ਸ਼ਾਮ ਨੂੰ ਸੇਵਾ ਕਰਦੇ, ਉਹਦੇ ਵਿੱਚ ਆ ਕੇ ਜੁਰਤ ਨਾਲ ਖੜਨਾ ਬੈਠਣਾ, ਮੈਂ ਤਾਂ ਐਪਰੀਸ਼ੀਏਟ ਹੀ ਕਰ ਸਕਦਾ। ਮੇਰੇ ਕੋਲ ਇਹਨੂੰ ਭੈਣ ਕਿਹਾ ਤੇ ਜਦੋਂ ਤੱਕ ਸਾਹ ਨੇ ਇਹਦੇ ਨਾਲ ਖੜਾਂਗੇ। ਤੇ ਇਸ NGO ਨੂੰ ਇਹਨੇ ਪਹਿਲੀ ਰਿਪਰੈਜ਼ੈਂਟ ਕਹਿ ਲਓ ਕਿ ਠੋਕ ਕੇ ਰਿਪਰੈਜ਼ੈਂਟ ਕੀਤਾ ਕਿ ਕੁੜੀਆਂ ਵੀ ਇਸ NGO 'ਚ ਸ਼ਾਮ ਨੂੰ ਕੰਮ ਕਰ ਸਕਦੀਆਂ। ਆਲਦੋ ਆਪਾਂ ਸੁਣਨ ਚਾਹੁੰਦੇ ਕਿ ਸੁਸਾਇਟੀ ਸੇਫ ਨਹੀਂ ਹੈ, ਉਹ ਵੀ ਗੱਲ ਕਿਤੇ ਨਾ ਕਿਤੇ ਸਹੀ ਹੈ। ਪਹਿਲਾਂ ਮੈਂ ਕਹਿੰਦਾ ਹੁੰਦਾ ਸੀਗਾ ਕਿ ਨਹੀਂ ਸੁਸਾਇਟੀ ਸੇਫ ਹੈ, ਲੋਕ ਝੂਠ ਬੋਲਦੇ ਨੇ, ਪਰ ਜਦੋਂ ਦੇ ਆਪਾਂ ਸੁਣ ਹੀ ਰਹੇ ਹਾਂ ਘਟਨਾਵਾਂ ਤੇ, ਪਰ ਚਲੋ ਦਲੇਰੀ ਹੈ, ਇੰਨਾ ਬੋਲ ਰਹੀ ਆ ਉਹ ਮੈਨੂੰ ਵੀ ਐਕਸਪੈਕਟਡ ਨਹੀਂ ਸੀਗਾ। ਸਾਰੇ ਪੇਸ਼ੈਂਟ ਐਕੂਰੇਟ ਦੱਸ ਰਹੀ ਹੈ। ਤੇ ਅੱਗੇ ਇਹ ਵੀ ਪੇਸ਼ੈਂਟ ਹੈ, ਅੱਗੇ ਉਹ ਭੈਣ ਬੈਠੀ ਆ, ਦੱਸੋ ਇਨ ਸ਼ਾर्ट। ये है मतलब इनकी बेटी एडमिट है। इनकी बेटी एडमिट है जिसको कोई ब्रेन मतलब सिर की कोई प्रॉब्लम हुई है, दिमाग में कीड़ा हुआ है, सिर में शायद कीड़ा है जो रिपोर्ट्स आई हैं। पर गुब्बारे बेचते हैं इनके पास, ये बलून सेलर मतलब ऐसे छोटे छोटे दिहाड़ी वाले काम वाले पेशेंट्स हैं ये सारे। इनके पास अफोर्डेबिलिटी कितनी है, 300-400 रोज का, बस ये है इनके पास। अब ये कहाँ जाएंगे इलाज कराने? प्राइवेट में। गवर्नमेंट हॉस्पिटल्स ऐसी प्रॉब्लम्स का ट्रीटमेंट नहीं देते, ये मुझे भी पता है, आपको भी पता है। लाइक हम एजुकेटेड लोग हैं, हमें भी पता है। आप या हम फर्स्ट प्रेफरेंस कभी भी गवर्नमेंट हॉस्पिटल को नहीं रखेंगे, दिस आई कैन से इट ओपनली। उसके बाद प्राइवेट हॉस्पिटल जाएंगे, घर बार शायद ही इनका कुछ होगा। मतलब गवर्नमेंट हॉस्पिटल्स वाले स्टाफ जो है वो गुस्सा ना करे इस बात का, बिकॉज शी इज़ स्पीकिंग ऑन प्रैक्टिकल बेसिस। तो मैं एक गल नूं समझदा कि प्राइवेट वाले तो चलो जो करते ही करते हैं, गवर्नमेंट वाले अपना वालों पूरा जोर लाते हैं, क्योंकि जो गवर्नमेंट च काम कर रहे हैं वो भी साडे भैन भरा ही ने, कोई वो साडे दुश्मन तो है नहीं। बट वो इसलिए कह रही है क्योंकि तकरीबन जिन्ने मरीज़ आते हैं वो रैफर कर दिते जाते हैं PGI पटियाले, तो उत्थे तक मरीज़ ਜਿਹੜੇ ਬੰਦੇ ਕੋਲ ਲੁਧਿਆਣੇ ਸਰਕਾਰੀ ਜਾਣ ਜੋਗਾ ਪੈਸਾ ਨਹੀਂ, ਕਿਰਾਇਆ ਨਹੀਂ, ਉਹ PGI ਕਿੱਥੋਂ ਮਰੀਜ਼ ਨੂੰ ਲੈ ਕੇ ਜਾਊਗਾ? ਜਾਂ ਹੋਵੇ ਨਾ 100 ਐਂਬੂਲੈਂਸਾਂ ਸਰਕਾਰ ਨੇ ਦਿੱਤੀਆਂ ਹੁਣ ਸਰਕਾਰੀ ਨੂੰ ਕਿ ਭਾਈ ਆ 100 ਐਂਬੂਲੈਂਸਾਂ, ਜਿਹੜਾ ਮਰੀਜ਼ PGI ਰੈਫਰ ਹੁੰਦਾ ਫ੍ਰੀ ਲੈ ਕੇ ਜਾਈ ਚੱਲੋ। ਐਂਬੂਲੈਂਸਾਂ 2 ਨੇ, 108 ਤੇ ਜੇ ਤੁਸੀਂ ਫੋਨ ਕਰਦੇ ਹੋ PGI ਜਾਣ ਵਾਲੀਆਂ, ਤੇ ਜੇ ਪਿੱਛੇ ਐਮਰਜੈਂਸੀ ਕੋਈ ਪ੍ਰੈਗਨੈਂਟ ਲੇਡੀ ਆ ਜਾਓ ਤਾਂ ਉਹ ਕਿੱਥੇ ਜਾਊਗੀ? ਪ੍ਰਾਈਵੇਟ ਜੋਗਾ ਤਾਂ ਕੋਈ ਪੈਸਾ ਨਹੀਂ, ਤੇ ਕੀ ਕਰੂਗੀ? ਫਿਰ ਰੋਡ ਤੇ ਬੱਚਾ ਹੋ ਜਾਂਦਾ। ਜਦੋਂ ਪਿੱਛੇ ਕਿੰਨੀਆਂ ਘਟਨਾਵਾਂ ਆ ਗਈਆਂ ਕਿ ਹਸਪੀਟਲ ਦੀ ਪਾਰਕਿੰਗ ਦੇ ਵਿੱਚ ਇੱਕ ਭੈਣ ਨੇ ਜਨਮ ਦੇ ਦਿੱਤਾ ਇੱਕ ਬੱਚੇ ਨੂੰ, ਆ ਪਿੱਛੇ ਮੋਗੇ ਘਟਨਾ ਹੋਈ ਸੀ, ਕੀ ਕਾਰਵਾਈ ਹੋਈ? ਲੋਕਾਂ ਨੇ ਤੋਬਾ ਕੀਤੀ, 4 ਕੇ ਥੱਲੇ ਡਾਕਟਰ ਨੂੰ ਗਾਲਾਂ ਲਿਖੀਆਂ, ਫਿਰ ਸਿਸਟਮ ਚੱਲ ਰਿਹਾ। ਅਸੀਂ ਉਹ ਲੋਕ ਆ ਜਿਹੜੇ ਇਹ ਚੀਜ਼ਾਂ ਨੂੰ ਇਗਨੋਰ ਨਹੀਂ ਕਰ ਰਹੇ, ਅਸੀਂ ਆਪਣਾ ਫਰਜ਼ ਨਿਭਾ ਰਹੇ। ਮੈਂ ਆਪਣਾ ਫਰਜ਼ ਨਿਭਾ ਰਿਹਾ, ਸਾਡਾ ਗੌਤਮ ਵੀਰ ਲਾਈਵ ਕਰ ਰਿਹਾ ਉਹ ਆਪਣਾ ਫਰਜ਼ ਨਿਭਾ ਰਿਹਾ, ਰਾਹੁਲ ਵੀਰ ਹੈ ਇਹ ਆਪਣਾ ਫਰਜ਼ ਨਿਭਾ ਰਹੀ ਹੈ। ਇੱਥੇ ਬੈਠ ਕੇ ਸ਼ਾਮ ਨੂੰ ਲੋਕਾਂ ਨੂੰ ਮਿਲਣਾ, ਟਾਈਮ ਦੇਣਾ, ਚੈੱਕ ਕਰਨਾ ਕਿ ਕਿਹੜਾ ਮਰੀਜ਼ ਜੈਨੂਅਨ ਹੈ, ਕਿਹੜਾ ਨਹੀਂ ਜੈਨੂਅਨ, ਕਿਹੜਾ ਝੂਠ ਬੋਲ ਰਿਹਾ, ਕਿਹੜਾ ਨਹੀਂ ਬੋਲ ਰਿਹਾ। ਉਹ ਭੈਣ ਆ ਗਈ, ਉਹ ਭੈਣ ਹੈ ਇਹਦੀ 5 ਭੈਣਾਂ ਹੀ ਨੇ, 4 ਭੈਣਾਂ 5 ਭੈਣਾਂ 5 ਭੈਣਾਂ। ਇਹਨਾਂ ਨੇ ਵੀ ਇੱਕ ਐਗਜ਼ਾਮਪਲ ਸੈੱਟ ਕੀਤੀ ਹੈ, ਨਾਲ ਇਹਨਾਂ ਦੇ ਹਸਬੈਂਡ ਆਏ ਹੋਏ ਨੇ ਜਿਹੜੇ ਦਾ ਸਾਥ ਦੇ ਰਹੇ ਨੇ। ਹੁਣ ਮਾਂ ਦਾ ਆਪਰੇਸ਼ਨ ਹੋਣਾ ਸੀ ਤਾਂ ਡਾਕਟਰ ਨੇ ਕਿਹਾ ਕਿ 20-25 ਹਜ਼ਾਰ ਖਰਚਾ ਤੁਸੀਂ ਇਕੱਠਾ ਕਰ ਲਓ। ਪਰਿਵਾਰ ਨੇ ਇਕੱਠਾ ਕਰ ਲਿਆ, ਫਿਰ ਕਹਿੰਦੇ ਜੀ 13,000 ਰੁਪਏ ਬਲੱਡ ਦੀ ਬੋਤਲ ਚੜਾਓ। ਹੁਣ ਪਰਿਵਾਰ ਕਹਿੰਦਾ 13,000 ਮੈਂ ਉੱਥੇ ਲਾ ਦੂੰਗਾ, ਜਿਹੜਾ ਇਕੱਠਾ ਕੀਤਾ ਉਹਦੇ ਨਾਲ ਆਪਰੇਸ਼ਨ ਤਾਂ ਹੋਣਾ ਨਹੀਂ। ਤਾਂ ਹੁਣ ਉਹ ਭੈਣ ਆਪਣੀ ਮਦਰ ਨੂੰ ਬਚਾਉਣਾ ਚਾਹੁੰਦੀ ਹੈ, ਤਾਂ ਕਿੱਦਾਂ ਬਚੇ? ਪੈਸੇ ਤੋਂ ਬਿਨਾਂ ਤਾਂ ਬਚਣੇ ਨਹੀਂ ਨਾ, ਪੈਸੇ ਤੋਂ ਬਿਨਾਂ ਆਪਰੇਸ਼ਨ ਨਹੀਂ ਹੋਣਾ। ਤਾਂ ਡਾਕਟਰ ਨੇ 30,000 ਖਰਚਾ ਦੱਸਿਆ, 20,000 ਰੁਪਏ ਭੈਣ ਨੇ ਇਕੱਠਾ ਕੀਤਾ, 10,000 ਰੁਪਏ ਅੱਜ ਮਿਲਿਆ ਇਹਨਾਂ ਨੂੰ। 10,000 ਅੱਜ 10,000 ਰੁਪਏ ਜਿਹੜੀ ਇਹਨਾਂ ਦੀ ਸੇਵਾ ਹੋਈ ਡੋਨਰਾਂ ਵੱਲੋਂ। ਤੇ ਅੱਜ ਜਿਹੜੇ ਡੋਨਰ ਮੇਨ 60,000 ਦੀ ਸੇਵਾ ਕਰਕੇ ਗਏ ਨੇ। ਦੇਖੋ ਕੱਲ ਅਸੀਂ ਵੀਡੀਓ ਪਾਈ, ਮੈਂ ਬਹੁਤ ਥੈਂਕ ਯੂ ਕੀਤਾ, ਹਰ ਇੱਕ ਵਾਰੀ ਫਿਰ ਥੈਂਕ ਯੂ ਕਰਦਾ ਸ਼ੇਅਰਰ ਦਾ। ਹੂ ਇਜ਼ ਸ਼ੇਅਰਰ? ਜਿਹੜਾ ਵੀਡੀਓ ਨੂੰ ਇੱਕ ਬਟਨ ਨੱਪ ਕੇ ਸ਼ੇਅਰ ਕਰਦਾ। ਵੀਡੀਓ ਦੇਖਣ ਵਾਲੇ ਬੰਦੇ ਹੋਣਗੇ 400-500 ਲਾਈਵ ਦੇਖ ਰਿਹਾ ਹੋਵੇਗਾ, ਜੇ 500 ਬੰਦਾ ਵੀਡੀਓ ਸ਼ੇਅਰ ਕਰਦਾ ਤਾਂ ਅੱਗੇ 1500 ਬੰਦੇ ਤੱਕ ਜਾਊਗੀ, ਉਹ 1500 ਸ਼ੇਅਰ ਕਰਦੇ ਅਗਲੇ 1500 ਤੱਕ ਜਾਊਗੀ, ਕੋਈ ਤਾਂ ਬੰਦਾ ਸੇਵਾ ਕਰਨ ਆਊਗਾ ਨਾ। ਕੱਲ ਅਸੀਂ ਇਹੀ ਰੀਜ਼ਨ ਰੱਖ ਕੇ ਵੀਡੀਓ ਪਾਈ, ਅੱਜ 70,000 ਰੁਪਏ ਦੀ ਸੇਵਾ ਕਰਨ ਲੋਕ ਆਏ ਸੀ। ਉਹ 70,000 ਰੁਪਏ ਨਾਲ ਸਾਰਿਆਂ ਦੀ ਮਦਦ ਹੋਈ ਹੈ, ਕਿਸੇ ਦੀ 10, ਕਿਸੇ ਦੀ 20, ਕਿਸੇ ਦੀ 5 ਹੋਈ ਹੈ ਨਾ। ਤਾਂ ਇਹਨਾਂ ਦੀ 10,000 ਦੀ ਮਦਦ ਹੋਈ ਹੈ, ਇਹਨਾਂ ਦੀ 10,000 ਦੀ ਮਦਦ ਹੋਈ ਹੈ, ਉਹਨਾਂ ਦੀ ਹੋਈ ਹੈ, ਉਹਨਾਂ ਦੀ ਹੋਈ ਹੈ। ਤਾਂ ਇਦਾਂ ਹੈਲਪ ਹੋ ਰਹੀ ਹੈ ਇੱਕ ਵੀਡੀਓ ਸ਼ੇਅਰ ਕਰਨਾ। ਇੱਕ ਉਹ ਪੇਸ਼ੈਂਟ ਬੈਠਾ ਸ਼੍ਰੀਨਗਰ 'ਚ ਐਕਸੀਡੈਂਟ ਹੋ ਗਿਆ ਸੀਗਾ, ਐਕਸਰੇ ਦਿਖਾਈਓ। ਸ਼੍ਰੀਨਗਰ 'ਚ ਐਕਸੀਡੈਂਟ ਹੋ ਗਿਆ ਸੀਗਾ ਤੇ 2 ਦਿਨ ਤੋਂ ਲੱਤ ਟੁੱਟੀ ਪਈ ਹੈ, ਸਰਕਾਰੀ ਧੱਕੇ ਖਾਇਆ ਹੈ ਜਾ ਕੇ, ਆਪਰੇਸ਼ਨ ਨਹੀਂ ਹੋ ਰਿਹਾ। ਆਹ ਆਪਰੇਸ਼ਨ 'ਚ ਤੁਸੀਂ ਹਾਲ ਦੇਖ ਸਕਦੇ ਹੋ ਐਕਸਰੇ ਦਾ ਕੀ ਹਾਲ। ਐਕਸਰੇ 'ਚ ਹੱਡੀ ਦਾ ਹਾਲ ਦੇਖੋ, ਟੁਕੜਾ ਅਲੱਗ ਹੋ ਚੁੱਕਾ। ਕਿੰਨੇ ਬੱਚੇ ਵੀਰ ਤੁਹਾਡੇ ਘਰੇ? ਹੁਣ ਆ 3 ਬੱਚੇ ਆ, ਹੁਣ ਆ ਵਿਚਾਰਾ ਆਪ ਕਮਾਊਗਾ ਨਹੀਂ ਤੇ 3 ਬੱਚੇ ਕਿੱਥੋਂ ਪਾਲੂਗਾ? ਮਤਲਬ ਇਹ ਸੋਸਾਇਟੀ 'ਚ ਪ੍ਰੋਬਲਮ ਆ, ਸੀਰੀਅਸ ਨੇ। ਇਹਨਾਂ ਦਾ ਹੱਲ ਕਰਨਾ ਸਰਕਾਰ ਦਾ ਕੰਮ ਹੈ, ਕਿਉਂਕਿ ਵੀ ਆਰ ਪੇਇੰਗ ਟੈਕਸਸ। ਉਹ ਇੱਕ ਹੈਲਥ ਤੇ ਐਜੂਕੇਸ਼ਨ ਤਾਂ ਸੁਧਾਰ ਦਿਓ, ਬਟ ਨਹੀਂ 5 ਸਾਲ ਤੋਂ ਗਲਾ ਪਾੜ ਰਹੇ ਆ, ਹੋਰ ਪਾੜੀ ਚੱਲ, ਸਾਨੂੰ ਕੀ ਫਰਕ ਪੈਂਦਾ? ਲੋਕਾਂ ਨੇ ਤਾਂ ਦਾਰੂ ਦੀ ਬੋਤਲ ਤੇ ਵੋਟ ਪਾਣੀ ਹੈ। ਹੁਣ ਇੱਕ ਸੋਲੂਸ਼ਨ ਹੈਗਾ ਕਿ ਟੀਵੀ ਮੋਰੇ ਬਹਿ ਕੇ 4 ਲੀਡਰਾਂ ਨੂੰ ਗਾਲਾਂ ਕੱਢ ਲਓ, ਸਿਸਟਮ ਬਾਰੇ ਬੋਲੋ, ਉਹ ਬੜਾ ਬੁਰਾ ਹਾਲ ਹੈ, ਬੜਾ ਬੁਰਾ ਹਾਲ ਹੈ, ਜਾਂ ਸਿਸਟਮ 'ਚ ਵੜ ਕੇ ਕੰਮ ਕਰ ਲਓ। ਮੈਂ ਸਿਸਟਮ 'ਚ ਵੀ ਨਹੀਂ ਵੜਨਾ, ਨਾ ਮੈਂ ਇਲੈਕਸ਼ਨ ਲੜਨੇ, ਬਟ ਮੈਂ ਕੀ ਕਰ ਸਕਦਾ? ਮੈਂ ਆਪਣੇ ਗੁਰੂ ਸਾਹਿਬ ਦਾ ਕਿਹਾ ਸੰਦੇਸ਼ਾ ਚਲਾ ਸਕਦਾ, ਮੈਂ ਉਹਦੇ ਤੇ ਅਮਲ ਕਰ ਸਕਦਾ। ਸੌਰੀ ਚਲਾ ਨਹੀਂ ਸਕਦਾ, ਮੈਂ ਅਮਲ ਕਰ ਸਕਦਾ।
ਕਿ ਹਾਂ ਭਾਈ ਸਾਡੇ ਗੁਰੂ ਸਾਹਿਬਾਨ ਨੇ ਕਿਹਾ ਕਿ ਦਸਵੰਧ ਲੋਕਾਂ ਦੀ ਸੇਵਾ ਦੇ ਵਿੱਚ, ਮਾਨਵਤਾ ਦੀ ਸੇਵਾ ਦੇ ਵਿੱਚ ਲਾਓ। ਉਹ ਲੋਕਾਂ ਨੂੰ ਮੈਂ ਅਵੇਅਰ ਕਰ ਰਿਹਾ ਤੇ ਇੱਥੇ ਬਹਿ ਕੇ ਜਿਹੜੇ ਦਾਨ ਦੇਣ ਆ ਰਹੇ ਨੇ ਉਹਨਾਂ ਨੂੰ ਡਾਇਰੈਕਟ ਲੋਕਾਂ ਨਾਲ ਮਿਲਵਾ ਰਿਹਾ। ਅੱਜ 70,000 ਦੀ ਸੇਵਾ ਸੀ, ਡੋਨਰ ਵੀਡੀਓ 'ਚ ਨਹੀਂ ਆਉਣਾ ਚਾਹੁੰਦੇ ਸੀ, ਉਹ ਡਾਇਰੈਕਟ ਲੋਕਾਂ ਨੂੰ ਵੰਡ ਗਏ। ਹੁਣ ਇਹਨਾਂ ਦੇ ਜਾ ਕੇ ਹਸਪੀਟਲ ਜਮ੍ਹਾਂ ਹੋ ਜਾਣਗੇ, ਇਹਨਾਂ ਦੀ ਜਾਨ ਬਚ ਜਾਏਗੀ। ਮੇਰਾ ਵਿੱਚੋਂ ਕੀ ਲੱਗਿਆ, ਕੀ ਨਾਮ ਸੀ ਵੀਰੇ ਉਹ ਡੋਨਰ ਜੀ ਦਾ? ਹਰਪ੍ਰੀਤ ਜੀ, ਕੰਟਰੀ ਨਹੀਂ ਦੱਸੀ ਉਹਨਾਂ ਨੇ। ਹਰਪ੍ਰੀਤ ਜੀ ਬਾਹਰੋਂ ਸੇਵਾ ਕਰਨ ਆਏ ਸੀਗੇ, ਉਹਨਾਂ ਦੇ ਬ੍ਰਦਰ 60,000 ਰੁਪਏ ਦੀ। ਹੁਣ ਇਹਨਾਂ ਨੂੰ ਵੀ ਅਸੀਂ ਪ੍ਰਾਈਵੇਟ 'ਚ ਖਰਚਾ ਪਤਾ ਕਰਾਂਗੇ ਕਿੰਨਾ ਹੈਗਾ ਤੇ ਹੈਲਪ ਕਰਨਗੇ। ਬਾਕੀ ਅ ਬਿਗ ਥੈਂਕ ਟੂ ਸਾਡੀ ਭੈਣ ਦੀਪਾਲੀ ਜੀ, ਜਿਨ੍ਹਾਂ ਨੇ ਅੱਜ ਤੁਹਾਨੂੰ ਰਿਪਰੈਜ਼ੈਂਟ ਕਰਕੇ ਦਿਖਾਇਆ। ਹੋ ਸਕਦਾ ਅੱਗੋਂ ਇਹੀ ਸਾਂਭੇ ਕੰਮ, ਕਿਉਂਕਿ ਮੈਨੂੰ ਥੋੜਾ ਜਿਹੀ ਸ਼ਾਂਤੀ ਮਿਲੇਗੀ ਤੇ ਇਹ ਭੈਣ ਰੋਜ਼ ਆ ਕੇ ਇੱਥੇ ਕੰਮ ਕਰੇਗੀ। ਬਾਕੀ ਜਿਹੜਾ ਵੱਡਾ ਥੈਂਕ ਯੂ ਜਾਂਦਾ ਨਾ, ਵੱਡਾ ਉਹ ਜਾਂਦਾ ਰਾਹੁਲ ਵੀਰੇ ਨੂੰ, ਕਿਉਂਕਿ ਰਾਹੁਲ ਵੀਰਾ ਜਿਹੜਾ ਉਹ ਕੈਮਰੇ ਮੋਰੇ ਨਹੀਂ ਆਉਂਦਾ, ਬਟ ਇਸ ਬੰਦੇ ਦੀ ਦੇਣ ਬਹੁਤ ਹੈ NGO ਨੂੰ। ਕੀ ਦੇਣ? ਸਵੇਰੇ ਸ਼ਾਮ ਮਰੀਜ਼ਾਂ ਨੂੰ, ਕਿਸੇ ਨੂੰ ਦਵਾਈ ਚਾਹੀਦੀ ਹੈ, ਕਿਸੇ ਨੂੰ ਕੁਛ ਚਾਹੀਦਾ। ਮੈਨੂੰ ਨਹੀਂ ਲੱਗਦਾ ਕਿ ਇਹ ਬੰਦਾ ਸਾਰਾ ਦਿਨ ਕੋਈ ਹੋਰ ਕੰਮ ਕਰਦਾ ਹੋਵੇ। ਰਾਹੁਲ ਵੀਰਾ, ਗੌਤਮ ਵੀਰਾ, ਰਾਜਪੂਤ, ਸਾਡਾ ਬਾਈ ਮੈਂ ਨਾਮ ਭੁੱਲ ਜਾਂਦਾ, ਅਨੁਰਾਗ ਭਰਾ, ਇਹ ਸਾਰੇ ਮੁੰਡੇ ਜਿਹੜੇ ਇੱਥੇ ਆ ਕੇ ਵਲੰਟੀਅਰਿੰਗ ਕਰਦੇ ਆ ਨਾ, ਜੇ ਇਹ ਨਾ ਹੋਣ ਤਾਂ ਮੈਂ ਨਹੀਂ ਹੋ ਸਕਦਾ। ਔਰ ਇਹ ਸਾਰਿਆਂ ਦੀ NGO ਹੈ, ਮੇਰੀ ਇਕੱਲੇ ਦੀ NGO ਨਹੀਂ, ਤਾਂ ਉਹਨਾਂ ਕਰਕੇ ਹੀ ਮਰੀਜ਼ਾਂ ਦੀ ਹੈਲਪ ਹੋ ਰਹੀ। ਬਾਕੀ ਜੇ ਕੁਝ ਰਹਿ ਗਿਆ ਹੋਵੇ ਤਾਂ I would just appeal कि हम लोग डायरेक्टली तो नहीं उन्हें डोनेट करते हैं, मतलब आप जैसे लोग जो जेन्युइनली डोनेट करना चाहते हैं, या एक बार आप लोग पेशेंट्स की कंडीशन भी देखना चाहते हैं ना, क्योंकि मैं जब फर्स्ट टाइम आई थी मैंने उसी दिन डिसाइड किया था। पहले मैं शायद सर्टेन भी नहीं थी कि मैं कंटिन्यू कब तक कर पाऊंगी, बट जब मैंने यहाँ पे आके पेशेंट्स की कंडीशन देखी थी और ये देखा था कि यहाँ पे जो डोनेट करने आते हैं ना, वो सीधा पेशेंट्स के हाथ में पैसे देते हैं। हम में से कोई उसके बीच में, सिर्फ आप लोगों को हम कॉन्टैक्ट करवा सकते हैं। तो आई वुड जस्ट अपील कि आप लोग आओ, विजिट करो, पेशेंट्स की कंडीशन देखो। मेरा अगर मेरा हार्ट मेल्ट हुआ था तो आप लोगों का भी सर्टेनली हो जाएगा, और आपको भी पता लगेगा कि नीडफुल क्या है, आप लोगों को क्या करना चाहिए इन लोगों के लिए। हम लोग बता तो नहीं सकते आप क्या कर सकते हो, बट बस आकर देखोगे आप लोग खुद समझ जाओगे कि आप सोसाइटी का पार्ट, एक रिस्पॉन्सिबल पार्ट होकर क्या कर सकते हो इन लोगों के लिए। ਬਾਕੀ ਜਿਹੜੇ ਬਾਈ NGOs ਨੂੰ ਅਕਾਊਂਟਾਂ ਦੇ ਵਿੱਚ ਫੰਡ ਪਾਉਂਦੇ ਨੇ ਨਾ, ਪਾਣੇ ਬੰਦ ਨਾ ਕਰੋ, ਪਰ ਇੱਕ ਬੇਨਤੀ ਹੈ ਜ਼ਰੂਰ ਕਰੋ। ਜੇ ਜਾਇਜ਼ ਲੱਗੀ ਤਾਂ ਥੱਲੇ ਕਮੈਂਟਾਂ ਜ਼ਰੂਰ ਦੱਸਿਓ। ਬੇਨਤੀ ਇਹ ਕਰੋ, ਜਿਨ੍ਹਾਂ ਨੂੰ ਫੰਡ ਪਾਉਂਦੇ ਹੋ ਨਾ, ਜਿਹੜੀ ਵੀ NGO ਨੂੰ, ਉਹਨਾਂ ਨੂੰ ਕਹੋ ਕਿ ਆਮ ਲੋਕਾਂ ਨੂੰ ਮਿਲਣ ਦਾ ਸਮਾਂ ਤੇ ਜਗ੍ਹਾ ਦੇਣ। ਉਹਦਾ ਕੋਈ ਫਾਇਦਾ ਨਹੀਂ ਅਕਾਊਂਟਾਂ 'ਚ ਪੈਸਾ ਪਾਤਾ ਤੇ ਉਹਨਾਂ ਨੇ ਕਿਹਾ ਅਸੀਂ ਵੰਡਤਾ ਤੇ ਤੁਸੀਂ ਮੰਨ ਲਿਆ। ਭਾਈ ਜਿਹੜੀ ਵੀ NGO ਕੰਮ ਕਰਦੀ ਸਮਾਜ ਭਲਾਈ ਦੇ ਲਈ, ਲੋਕਾਂ ਨੂੰ ਮਿਲਣ ਦਾ ਸਮਾਂ ਤੇ ਜਗ੍ਹਾ ਦਿਓ। ਅਸੀਂ ਦਿੰਨੇ ਆ ਰੋਜ਼, ਔਰ ਪੈਸਾ ਵੀ ਨਹੀਂ ਲੈਂਦੇ, ਫਿਰ ਵੀ ਟਾਈਮ ਦੇ ਰਹੇ ਆ ਬੈਠਣ ਦਾ ਕਿ ਭਾਈ ਆਓ ਬੈਠੋ ਮਿਲੋ। ਬਾਕੀ ਸੰਸਥਾਵਾਂ ਨੂੰ ਬੇਨਤੀ ਹੈ, ਪੰਜਾਬ ਦੀਆਂ, ਲੁਧਿਆਣੇ ਦੀਆਂ, ਇੰਡੀਆ ਦੀਆਂ, ਕਿ ਸ਼ਾਮ ਨੂੰ ਕੋਈ ਸਮਾਂ ਦਿਓ, ਲੋਕਾਂ ਨੂੰ ਵੀਡੀਓ 'ਚ ਦੱਸੋ, ਕਿਤੇ ਵਾਇਰਲ ਕਰੋ। ਮੈਂ ਵਾਇਰਲ ਕਰ ਦਿੰਦਾ ਕਿ ਫਲਾਣੀ ਸੰਸਥਾ ਉੱਥੇ ਬੈਠਦੀ ਹੈ ਸ਼ਾਮ ਨੂੰ 2 ਘੰਟੇ, ਸਵੇਰੇ 2 ਘੰਟੇ, ਲੋਕ ਆਪਣੀ ਪ੍ਰੋਬਲਮਸ ਉੱਥੇ ਜਾ ਕੇ ਸ਼ੇਅਰ ਕਰਨ। ਉਹਦਾ ਕੋਈ ਫਾਇਦਾ ਨਹੀਂ। ਸੋਸ਼ਲ ਮੀਡੀਆ ਤੇ ਇਕੱਲੀਆਂ NGOs ਨਹੀਂ ਕੰਮ ਕਰ ਸਕਦੀਆਂ, ਯੂ ਸ਼ੁੱਡ ਬੀ ਔਨ ਗਰਾਊਂਡ ਲੈਵਲ। ਥੈਂਕ ਯੂ ਸੋ ਮਚ। ਤੇ ਸਾਡੀ ਟੀਮ ਦਾ ਥੈਂਕ ਯੂ, ਇਹਨਾਂ ਪੇਸ਼ੈਂਟਾਂ ਦਾ ਥੈਂਕ ਯੂ, ਡੋਨਰਸ ਦਾ ਥੈਂਕ ਯੂ, ਤੇ ਗੌਤਮ ਬਾਈ ਜਿਹੜਾ ਵੀਡੀਓ 2 ਹੱਥਾਂ ਨਾਲ ਫੜ ਲਈ ਉਹਨੇ, ਹੁਣ ਕੀ ਬਹੁਤ ਦੇਰ ਹੋ ਗਈ। ਗॉड ब्लेस यू। वाहिगुरू जी का खालसा, वाहिगुरू जी की फतेह। जय श्री राम, जय माता।